ਸਾਲ 2020 ਦੇ ਵਿੱਚ ਦੁਨੀਆ ਨੇ ਕੀ ਵੇਖਣਾ ਹੈ ਇਹ ਅਜੇ ਤੈਅ ਨਹੀਂ ਹੈ। ਪਰ ਜਿਵੇਂ ਜਿਵੇਂ ਇਹ ਸਾਲ ਅੱਗੇ ਵੱਧ ਰਿਹਾ ਉਵੇਂ ਉਵੇਂ ਕੋਈ ਨਾ ਕੋਈ ਮੁਸੀਬਤ, ਕੋਈ ਪਰੇਸ਼ਾਨੀ, ਕੋਈ ਮੁਸ਼ਕਿਲ ਆ ਰਹੀ ਹੈ। ਭਾਰਤ ਤੇ ਚੀਨ ਦੇ ਵਿਚਕਾਰ ਇੱਕ ਸਟੈਂਡ ਆਫ ਹੈ ਜਿਹੜਾ ਉਹ LAC ਤੇ ਲਾਈਨ ਆਫ ਐਕਚੁਅਲ ਕੰਟਰੋਲ ਤੇ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ, ਕਰੀਬ 2 ਮਹੀਨੇ ਹੋਣ ਜਾ ਰਹੇ ਆ, ਪੌਣੇ 2 ਮਹੀਨੇ ਉਸ ਸਟੈਂਡ ਆਫ ਨੂੰ। ਉਸ ਦੇ ਵਿਚਕਾਰ ਹੁਣ ਵੱਡੀ ਖਬਰ ਇਹ ਹੈ ਕਿ ਬੀਤੀ ਰਾਤ ਹਾਲਾਂਕਿ ਭਾਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਦੋਂ ਡੀ-ਐਸਕੇਲੇਸ਼ਨ ਪ੍ਰੋਸੈਸ ਚੱਲ ਰਿਹਾ ਸੀ, ਜਦੋਂ ਗਲਵਾਨ ਦੇ ਵਿੱਚੋਂ ਚੀਨੀ ਫੌਜ ਆਪਣੇ ਏਰੀਏ ਦੇ ਵੱਲ ਵਾਪਸ ਜਾ ਰਹੀ ਸੀ, ਉਦੋਂ ਝੜਪ ਹੋਈ ਹੈ ਦੋਵਾਂ ਫੌਜਾਂ ਦੇ ਵਿਚਕਾਰ। LAC ਤੇ ਇਹ ਝੜਪ ਹੋਈ ਹੈ। ਗਲਵਾਨ ਘਾਟੀ ਜੋ ਹੁਣ ਤੱਕ ਭਾਰਤ ਦਾ ਹਿੱਸਾ ਰਹੀ ਹੈ, ਚੀਨ ਵੀ ਮੰਨਦਾ ਰਿਹਾ ਕਿ ਗਲਵਾਨ ਘਾਟੀ ਭਾਰਤ ਦਾ ਹਿੱਸਾ ਰਹੀ ਹੈ, ਉੱਥੇ ਜਿਹੜੀਆਂ ਪਹਾੜੀਆਂ ਨੇ, ਚੋਟੀਆਂ ਨੇ, ਉਹ ਭਾਰਤ ਦਾ ਹਿੱਸਾ ਨੇ। ਪਰ ਇਹ ਪਹਿਲੀ ਵਾਰ ਹੈ ਸ਼ਾਇਦ, ਮੇਰਾ ਖਿਆਲ ਹੈ ਪਿਛਲੇ 3-4 ਦਹਾਕਿਆਂ ਦੇ ਵਿੱਚ, ਜਦੋਂ ਚੀਨ ਦੀ ਫੌਜ ਹੈ ਜਿਹੜੀ ਉਹ ਨਾ ਸਿਰਫ ਗਲਵਾਨ, ਹੌਟ ਸਪ੍ਰਿੰਗਸ ਤੇ ਇਹਦੇ ਨਾਲ ਪਿਓਂਗ ਸੋ ਹੈ ਜਿਹੜਾ, ਉਸ ਏਰੀਏ ਦੇ ਵਿੱਚ ਦਾਖਲ ਹੋਈ ਹੈ। ਉਸ ਝੜਪ ਦੇ ਵਿੱਚ 3 ਜਿਹੜੇ ਜਵਾਨ ਨੇ, ਇੱਕ ਕਰਨਲ ਨੇ ਫੌਜ ਦੇ ਕਮਾਂਡਿੰਗ ਆਫਿਸਰ, ਔਰ ਇਸ ਤੋਂ ਇਲਾਵਾ 2 ਜਵਾਨ ਨੇ ਜਿਹੜੇ ਉਹ ਸ਼ਹੀਦ ਹੋ ਗਏ। ਭਾਰਤ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਜਾ ਰਿਹਾ ਕਿ ਚੀਨ ਵਾਲੇ ਪਾਸੇ 5 ਜਵਾਨ ਮਾਰੇ ਗਏ, ਉਹਨਾਂ ਦੇ 11 ਜ਼ਖਮੀ ਹੋਏ ਆ। ਸਾਡੇ ਨਾਲ ਇਸ ਵਕਤ ਬ੍ਰਿਗੇਡੀਅਰ KS ਕਾਹਲੋਂ ਮੌਜੂਦ ਨੇ, ਉਹ ਸਾਨੂੰ ਬਿਹਤਰ ਤਰੀਕੇ ਨਾਲ ਦੱਸਣਗੇ ਸਥਿਤੀ ਕੀ ਹੈ LAC ਤੇ ਇਸ ਤੋਂ ਇਲਾਵਾ ਕਿੱਡਾ ਵੱਡਾ ਖਤਰਾ ਜੰਗ ਦਾ, ਜਿਵੇਂ ਪੱਛਮੀ ਮੀਡੀਆ ਇਸ ਵਕਤ ਕਹਿ ਰਿਹਾ ਹੈ, ਉਹਨਾਂ ਦੇ ਖਦਸ਼ੇ ਜ਼ਾਹਿਰ ਹੋਣੇ ਉਹਨਾਂ ਨੇ ਕਰਨੇ ਸ਼ੁਰੂ ਕਰਤੇ ਹੈ ਕਿ ਤੀਜੇ ਵਿਸ਼ਵ ਯੁੱਧ ਦਾ ਖਤਰਾ ਹੈ। ਤਾਂ ਇਹ ਕਿੱਡਾ ਕੁ ਖਤਰਾ ਹੈ, ਇਹਨੂੰ ਟਾਲਿਆ ਕਿਵੇਂ ਜਾ ਸਕਦਾ ਹੈ? ਕਾਹਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਥੈਂਕ ਯੂ ਬ੍ਰਿਗੇਡੀਅਰ ਸਾਹਿਬ, ਪਹਿਲਾਂ ਜਿਹੜਾ ਇਹ ਮੇਰਾ ਖਿਆਲ 44-45 ਸਾਲ ਹੋ ਗਏ ਹੈ ਕਿ ਪਹਿਲੀ ਵਾਰ LAC ਤੇ ਖੂਨ ਵਹਿਆ ਜਾਂ ਖੂਨੀ ਝੜਪ ਹੈ ਜਿਹੜੀ ਉਹ ਹੋਈ ਹੈ, ਕਿਉਂਕਿ ਪਿਛਲੇ 45 ਸਾਲ ਤੋਂ ਨਾ ਉੱਥੇ ਗੋਲੀ ਚੱਲੀ ਹੈ, ਸ਼ਾਂਤੀ ਸੀ। ਉਹ ਵੈਸੇ ਝੜਪਾਂ ਹੁੰਦੀਆਂ ਰਹਿੰਦੀਆਂ ਜਾਂ ਆਪਸੀ ਸਟੈਂਡ ਆਫ ਹੈ ਜਿਹੜਾ ਫੇਸ ਆਫ ਉਹ ਹੁੰਦਾ ਰਹਿੰਦਾ, ਪਰ ਇਹ ਪਹਿਲੀ ਵਾਰ ਹੋਇਆ। ਐਕਚੁਅਲ ਕੀ ਹੋਇਆ? ਸਰਕਾਰ ਜੋ ਦੱਸ ਰਹੀ ਹੈ ਉਹ ਕਿੰਨਾ ਸਹੀ ਹੈ? ਜੋ ਰਿਪੋਰਟਾਂ ਆ ਰਹੀਆਂ ਨੇ, ਤੁਹਾਡੇ ਕਈ ਆਰਮੀ ਵੈਟਰਨਸ ਨੇ ਜਿਹੜੇ ਹੁਣ ਜਰਨਲਿਜ਼ਮ 'ਚ ਨੇ, ਅਜੇ ਸ਼ੁਕਲਾ ਨੇ, ਹੋਰ ਲੋਕ ਨੇ, ਉਹ ਕੁਛ ਹੋਰ ਦੱਸ ਰਹੇ, ਕੀ ਸੱਚਾਈ ਹੈ? ਇਹ 'ਚ ਕੋਈ ਸ਼ੱਕ ਨਹੀਂ, ਜਿੱਦਾਂ ਤੁਸੀਂ ਦੱਸਿਆ ਕਿ ਸੰਨ 62 ਤੋਂ ਬਾਅਦ ਜਿਹੜੀ ਖੂਨੀ ਝੜਪ ਪਹਿਲੋਂ ਹੋਈ ਉਹ ਸੰਨ 67 'ਚ ਹੋਈ, ਨਥੂਲਾ ਸਿੱਕਮ ਦੇ ਵਿੱਚ। ਮੈਂ ਉਸ ਇਲਾਕੇ 'ਚ ਬਿਲਕੁਲ ਉਸ ਸਥਾਨ 'ਤੇ ਤਾਂ ਨਹੀਂ ਸੀ, ਮਗਰ ਤੋਪਖਾਨੇ ਦਾ ਅਫਸਰ ਹੋਣ ਦੇ ਨਾਤੇ ਉਸ ਇਲਾਕੇ 'ਚ ਪਿੱਛੇ ਸੀਗੇ। ਅਤੇ ਉੱਥੇ ਜਦੋਂ ਕਿ ਸਾਡੇ ਫੌਜ ਨੇ ਸ਼ਕਤੀ ਪ੍ਰਦਰਸ਼ਨ ਕੀਤਾ, ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਇਹ 'ਚ ਕੋਈ ਨਿਸ਼ਾਨਤਾਂ ਹੋਈਆਂ। ਹਾਂ, ਉਹਦੇ 'ਚ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ, ਦੋਨੋਂ ਸਾਈਡ 'ਤੇ ਸ਼ਹਾਦਤਾਂ ਹੋਈਆਂ। ਇੱਥੇ ਸ਼ਹਾਦਤਾਂ ਹੋਈਆਂ, ਉੱਥੇ ਮਾਰੇ ਗਏ, ਅਤੇ ਫਿਰ ਚੀਨੀ ਪਿੱਛੇ ਹਟ ਗਏ। ਇਸ ਤੋਂ ਬਾਅਦ ਸੰਨ 75 ਦੇ ਵਿੱਚ ਅਰੁਣਾਚਲ ਪ੍ਰਦੇਸ਼ ਪੈਟਰੋਲਿੰਗ ਕਲੈਸ਼ ਹੋਇਆ, ਮਗਰ ਉਸ ਤੋਂ ਬਾਅਦ ਹੁਣ 45 ਸਾਲ ਹੋ ਗਏ ਤਕਰੀਬਨ, ਕੋਈ ਇਸ ਕਿਸਮ ਦੀ ਵਾਰਦਾਤ ਨਹੀਂ ਹੋਈ। ਦੇਖੋ ਡੋਕਲਾਮ ਮੇ ਵੀ ਹੋਇਆ, ਉਹਨਾਂ ਦੀਆਂ ਫੌਜਾਂ ਅੱਗੇ ਆ ਗਈਆਂ। ਉਹ ਕਿਉਂਕਿ ਉਹ ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ 4000 ਕਿਲੋਮੀਟਰ ਹੈ, ਉਹ ਉੱਥੇ ਬਿਲਕੁਲ ਜੋ ਭੂਟਾਨ ਦੇ ਨਾਲ ਲੱਗਦਾ ਟਰਾਈ ਜੰਕਸ਼ਨ, ਸਾਰਿਆਂ ਨੂੰ ਪਤਾ ਹੈ, ਉਹਦੇ ਲਾਗੇ ਉਹਨਾਂ ਨੇ ਆਪਣੀਆਂ ਡਿਵੈਲਪਮੈਂਟ ਸ਼ੁਰੂ ਕਰਤੀ, ਸੜਕਾਂ ਬਣਾਉਣੀਆਂ ਸ਼ੁਰੂ ਕਰਤੀਆਂ, ਏਅਰਪੋਰਟ ਬਣਾਉਣੇ ਸ਼ੁਰੂ ਕਰ। ਉਹ ਉਸ ਵੇਲੇ ਝੜਪ ਹੱਥੋਂ ਪਾਈ ਵਾਲੀ ਗੱਲ ਹੋ ਗਈ, ਜ਼ਰੂਰ ਪਹੁੰਚੀ, ਹੱਥੋਂ ਪਾਈ ਵਾਲੀ ਤੱਕ ਗੱਲ ਪਹੁੰਚੀ, ਮਗਰ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਜਿੱਥੇ ਕਿ ਸਾਡੇ ਜਵਾਨ ਸ਼ਹੀਦ ਹੋਏ ਹੋਣ ਜਾਂ ਅਤੇ ਇਹ ਹੁਣ ਹੋਇਆ। ਕਿਉਂ ਹੋਇਆ? ਕਿਉਂਕਿ ਇਸ ਵੇਲੇ ਜਿਹੜਾ ਸਭ ਤੋਂ ਪਹਿਲੀ ਗੱਲ ਹੈ ਕਿ ਚੀਨ ਦੇ ਇਰਾਦੇ ਕਦੇ ਨੇਕ ਨਹੀਂ ਰਹੇ, ਨਾ ਰਹਿਣੇ ਨੇ। ਹੁਣ ਜਦੋਂ ਉਹਨਾਂ ਨੇ ਪਿਛਲੇ ਤਕਰੀਬਨ 1.5 ਮਹੀਨੇ ਅਤੇ ਚੁੱਪਚਾਪ ਆਪਣੇ ਉਸ ਇਲਾਕੇ 'ਚ ਆ ਗਏ, ਜਿਸ ਇਲਾਕੇ ਦੇ ਵਿੱਚ ਕਿ ਹਾਲੇ ਹੱਦਬੰਦੀ ਤੈਅ ਤਾਂ ਸਾਰੇ ਨਹੀਂ ਹੋਈ, ਮਗਰ ਡਿਸਪਿਊਟਡ ਪੁਆਇੰਟ ਕਈ ਪੁਆਇੰਟ ਤੈਅ ਹੋਏ ਨੇ, ਠੀਕ ਹੈ, ਕਿਉਂਕਿ ਜੋ ਲਾਈਨ ਆਫ ਐਕਚੁਅਲ ਕੰਟਰੋਲ ਹੈ ਬੜੀ ਵਾਦੀਆਂ 'ਚੋਂ ਨਿਕਲਦੀ, ਪਹਾੜੀਆਂ 'ਚੋਂ ਨਿਕਲੀ 16,000 ਫੁੱਟ, ਅਤੇ ਉਹ ਦਰਿਆਵਾਂ ਦੇ ਨਾਲ ਲੱਗਦੀ ਜਾਂਦੀ ਹੈ। ਇੱਥੇ ਪੈਂਗੋਂਗ ਸੋ ਲੇਕ ਜਿਹੜੀ ਹੈ, ਇਹ ਪਹਿਲੋਂ ਵੀ ਝੜਪਾਂ ਹੁੰਦੀਆਂ ਰਹੀਆਂ ਨੇ ਇੱਥੇ। ਕਿਉਂਕਿ ਇਹ ਜਿਹੜੀ ਲੇਕ ਹੈ ਇਹ 8 ਪਹਾੜੀਆਂ ਨੂੰ ਛੂੰਹਦੀ ਹੈ ਉੱਥੇ, ਜਿਹਨੂੰ ਫੌਜ ਦੇ ਵਿੱਚ ਫਿੰਗਰ ਕਹਿੰਦੇ ਹਾਂ ਅਸੀਂ, 8 ਫਿੰਗਰ। 135 ਕਿਲੋਮੀਟਰ ਲੰਬੀ ਹੈ, ਜਿਹਦੇ 'ਚ 2/3 ਚਾਈਨਾ 'ਚ, 1/3 ਇਨ ਆਰ ਕੰਟਰੀ। ਉਹ ਇੱਥੇ ਪਹਿਲੋਂ ਵੀ ਆਉਂਦੇ ਰਹੇ, ਪੈਟਰੋਲਿੰਗ ਹੁੰਦੀ ਰਹੀ ਹੈ ਸਾਡੀ ਵੀ ਅਤੇ ਉਹਨਾਂ ਦੀ ਵੀ। ਕਿੱਥੇ ਜਦੋਂ ਕਿ ਸਾਡੀ 4 ਏਕੜ ਤੇ ਸਾਡੀਆਂ ਜਿੱਥੇ ਚੌਥੀ ਫਿੰਗਰ ਉੱਥੇ ਭੈਣ ਸਾਡੀ ਚੌਂਕੀਆਂ ਸੀਗੀਆਂ ਹੈ ਵੀ। ਉਹ ਫਿਰ ਅਗਲਾ ਇਲਾਕਾ ਜਿਹੜਾ ਥੋੜ੍ਹਾ ਭੀੜਾ ਵੀ ਇਲਾਕਾ ਹੈਗਾ, ਥੋੜ੍ਹਾ ਟਰੈਕ ਵੀ ਹੈਗਾ, ਜਾਂਦੀਆਂ ਵੀ ਰਹੀਆਂ ਪੈਟਰੋਲਿੰਗ, ਹੁੰਦੀਆਂ ਵੀ, ਉਹਨਾਂ ਦੀ ਵੀ ਆਉਂਦੀ ਸੀ, ਕਿਉਂਕਿ ਉਹ
ਥੋੜ੍ਹਾ ਜਿਹਾ ਪਤਾ ਨਹੀਂ ਕਿ ਕਿੱਥੇ ਹੈ ਐਕਚੁਅਲ ਲਾਈਨ ਆਫ ਐਕਚੁਅਲ ਕੰਟਰੋਲ। ਮਗਰ ਇਸ ਕਿਸਮ ਦੀ ਸਥਿਤੀ ਪੈਦਾ ਨਹੀਂ ਹੋਈ ਜਿਹੜੀ ਕਿ 5-6 ਮਈ ਨੂੰ ਹੋਈ, ਜਦੋਂ ਕਿ ਕਮੀਨਗੀ ਮੈਂ ਜੇ ਕਹਦੇ ਪੰਜਾਬੀ ਕਮੀਨੀਆਂ ਹਰਕਤਾਂ ਤੇ ਆ ਗਏ। ਕਦੀ ਫੌਜ ਨੇ ਵੀ, ਅਸੀਂ ਜੰਮੂ ਕਸ਼ਮੀਰ 'ਚ ਦੇਖਿਆ, ਉੱਥੇ ਸਾਰੇ ਜਾਣਦੇ ਨੇ ਦੇਸ਼ ਵਾਸੀ ਵੀ, ਪੱਥਰਬਾਜ਼ੀ ਕੀਤੀ ਜਾਂਦੀ। ਮਗਰ ਚਾਈਨਾ ਨੇ ਉੱਥੇ ਰਾਡਾਂ ਦੇ ਨਾਲ, ਪੱਥਰਾਂ ਦੇ ਨਾਲ ਉੱਥੇ ਪੱਥਰਬਾਜ਼ੀ ਸ਼ੁਰੂ ਕੀਤੀ। ਉਹਨਾਂ ਦੇ ਜਿਹੜੇ ਸੈਨਿਕ ਸੀਗੇ, ਉਹਨਾਂ ਦੇ PLA, ਅਤੇ ਉਹਦੇ ਵਿੱਚ ਚੋਟਾਂ ਵੀ ਲੱਗੀਆਂ, ਦੋਵਾਂ ਨੂੰ, ਉਹਨਾਂ ਨੂੰ ਵੀ ਚੋਟਾਂ ਵੀ ਲੱਗੀਆਂ। ਅਤੇ ਮਗਰ ਉਹ ਤੋਂ ਬਾਅਦ ਸਿਚੁਏਸ਼ਨ ਥੋੜ੍ਹੀ ਹੋਰ ਵਿਗੜ ਗਈ। ਔਰ ਨਾਲ ਮੈਂ ਸਮਝਦਾ ਹਾਂ ਕਿ ਉਹਦੀ ਇੱਕ ਜਿਹੜੀ ਘਿਨਾਉਣੀ ਚਾਲ ਮੈਂ ਸਮਝਦਾ ਹਾਂ, ਉਹਨੇ ਸਿੱਕਮ ਦੇ ਵਿੱਚ ਨਾਕੂਲਾ 'ਚ ਵੀ 9 ਮਈ ਨੂੰ ਇਸ ਕਿਸਮ ਦੀ ਸਥਿਤੀ ਪੈਦਾ ਹੋ ਗਈ। ਹੁਣ ਜਦੋਂ ਸਥਿਤੀ ਇੱਦਾਂ ਦੀ ਵਧਦੀ ਗਈ ਅਤੇ ਫਿਰ ਇਹ ਮੀਟਿੰਗਾਂ ਸ਼ੁਰੂ ਹੋਈਆਂ। ਮੀਟਿੰਗਾਂ ਸ਼ੁਰੂ ਹੁੰਦਿਆਂ ਤੀਕਰ ਬਟਾਲੀਅਨ ਪੱਧਰ 'ਤੇ, ਕਿਉਂਕਿ ਐਕਚੁਅਲ ਜਿਹੜੀ ਬਾਰਡਰ ਦਾ ਰਿਸਪੋਂਸੀਬਿਲਿਟੀ ਉਹ ਵੰਡੀ ਹੈ। ਇਹ ਇਲਾਕਾ ਜਿਹੜਾ ਹੈ ਇਸ ਬਟਾਲੀਅਨ ਦਾ, ਇਹਦਾ ਹੋਏਗਾ, ਇਹ ਡਿਵੀਜ਼ਨਲ ਕਮਾਂਡਰ ਦਾ ਹੋਏਗਾ। ਉੱਥੇ ਜਦੋਂ ਹੁਣ ਮੀਟਿੰਗਾਂ ਹੋਈਆਂ, ਕੁਛ ਨਹੀਂ ਹੱਲ ਨਿਕਲਿਆ, ਚਲਦਿਆਂ ਫਿਰ ਬ੍ਰਿਗੇਡ ਕਮਾਂਡਰ, ਫਿਰ ਡਿਵ ਕਮਾਂਡਰ, ਫਿਰ ਕੋਰ ਕਮਾਂਡਰ ਤੱਕ ਮੀਟਿੰਗ ਹੋ ਚੁੱਕੀ ਹੈ। ਫਿਰ ਜਦੋਂ ਇਹ ਫੈਸਲਾ ਹੋਇਆ ਕਿ ਡੀ-ਐਸਕੇਲੇਸ਼ਨ ਹੋਣੀ, ਕੂਟਨੀਤਿਕ ਪੱਧਰ 'ਤੇ ਪਈ ਮੀਟਿੰਗ ਹੋਈ। ਹੁਣ ਜਦੋਂ ਡੀ-ਐਸਕੇਲੇਸ਼ਨ ਸ਼ੁਰੂ ਹੋਈ ਅਤੇ ਪੈਂਗਾਂਗ ਲੇਕ 'ਤੇ ਉਹਨਾਂ ਦੇ ਹਾਲੇ ਵੀ ਹੈਗੇ ਨੇ, ਉੱਥੋਂ ਹਟਣ ਨੂੰ ਤਿਆਰ ਨਹੀਂ। ਮਤਲਬ ਉਹ ਉੱਥੋਂ ਨਹੀਂ ਹਟ ਰਹੇ, ਉੱਥੋਂ ਡੀ-ਐਸਕੇਲੇਸ਼ਨ ਵੀ ਨਹੀਂ ਹੋ ਰਹੀ ਉੱਥੋਂ, ਨਹੀਂ ਕੁਛ। ਪਰ ਜਿੱਥੇ ਜਿਹੜਾ ਵਾਦ ਵਿਵਾਦ ਜਿੱਥੇ ਉਹਨਾਂ ਨੇ ਕ੍ਰੀਏਟ ਕੀਤਾ ਹੁਣ, ਉਹ ਹੈਗਾ ਗਲਵਾਨ ਘਾਟੀ ਦਾ, ਉਹ ਹੈਗਾ ਪੈਟਰੋਲਿੰਗ ਪੁਆਇੰਟ 14 ਤੇ ਨਾਲ ਲੱਗਦੇ ਇਲਾਕਾ। ਕਿਉਂ ਉੱਥੋਂ ਤੇ ਹਟਣਾ ਸੀ, ਉਹ ਸਾਡਾ ਇਲਾਕਾ ਹੈ। ਉਹ ਪਹਿਲਾਂ ਤਾਂ ਕਦੀ ਝਗੜੇ ਵਾਲੀ ਗੱਲ ਹੀ ਨਹੀਂ ਰਹੀ। ਇਹ ਨਵਾਂ ਵਿਵਾਦ ਸ਼ੁਰੂ ਕਰਤਾ ਚੀਨ ਨੇ, ਨਵਾਂ ਸੋਚ ਕੇ ਉਹਨੇ ਸ਼ੁਰੂ ਕਰਤੇ। ਕਿਉਂਕਿ ਸਾਡੀ ਤਕਰੀਬਨ 255 ਕਿਲੋਮੀਟਰ ਲੰਬੀ ਇੱਕ ਸਾਡੀ ਸੜਕ ਜਿਹੜੀ ਬਣੀ ਹੈ, ਜਿਹੜੀ ਕਿ ਗਲਵਾਨ ਦਰਬੁਗ ਤੋਂ ਸ਼ੁਰੂ ਹੋ ਕੇ ਗਲਵਾਨ ਸ਼ੌਂਕ ਵਿਲੇਜ, ਸ਼ੌਂਕ ਦਰਿਆ ਹੈ, ਉਹ ਨਾਲ ਚਲਦਿਆਂ ਬਿਲਕੁਲ ਲਾਗੇ ਜਾਂਦੀ ਹੈ। ਅਤੇ ਉਦੋਂ ਬਾਅਦ ਉਹ ਤਾਂ ਪਿਛਲੇ ਸਾਲ ਕੰਪਲੀਟ ਹੋ ਗਈ ਸੀ। ਕਈ ਸਾਲ ਉਦੋਂ ਇਹਨਾਂ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਕਿ LAC ਤੋਂ ਥੋੜ੍ਹਾ ਦੂਰ ਸੀ, ਕਾਫੀ ਦੂਰ ਸੀ। ਮਗਰ ਹੁਣ ਜੋ ਲਿੰਕ ਰੋਡ ਬਣਨੀਆਂ ਸ਼ੁਰੂ ਹੋ ਗਈਆਂ, LAC ਵੱਲ ਜਾਂਦਿਆਂ ਨੂੰ ਪੁਲ ਬਣਨੇ ਸ਼ੁਰੂ ਹੋ ਗਏ, ਕਿਉਂਕਿ ਦਰਿਆਵੀ ਇਲਾਕਾ ਹੈਗਾ। ਉਹ ਹੁਣ ਤਕਲੀਫ ਉਹਨਾਂ ਨੂੰ ਹੁਣ ਹੋਣੀ ਸ਼ੁਰੂ ਹੋਈ ਕਿ ਇਹ ਤਾਂ ਸਾਡੇ ਉੱਤੇ ਹਾਵੀ ਹੋ ਜਾਣਗੇ। ਕਿਉਂਕਿ ਉੱਥੋਂ ਜਿਹੜਾ ਅਕਸਾਈ ਚਿੰਨ ਦਾ ਇਲਾਕਾ ਹੈ, ਸਾਡੇ ਕੋਲ 16,000 ਦੌਲਤ ਬੇਗ ਓਲਡੀ ਜਿਹੜਾ ਸਾਡਾ ਫਾਰਵਰਡ ALG ਹੈਗਾ, ਉੱਥੋਂ ਅਸੀਂ ਓਬਜ਼ਰਵ ਕਰ ਸਕਦੇ ਹਾਂ ਜਿਹੜਾ ਇਹਨਾਂ ਦੀਆਂ ਐਕਟੀਵਿਟੀਜ਼ ਨੇ, ਜਿਹੜਾ ਪਤਾ ਚੱਲ ਸਕਦਾ ਬਾਈ ਏਅਰ ਵੀ, ਬਾਈ ਸੈਟੇਲਾਈਟ, ਤੇ ਵੈਸੇ ਵੀ ਹੋ ਸਕਦਾ ਅਕਸਾਈ ਚਿੰਨ ਦਾ ਇਲਾਕਾ। ਹੁਣ ਜਿਹੜੀ ਸੜਕ ਬਣ ਰਹੀਆਂ ਨੇ ਲਿੰਕ ਰੋਡ, ਇਸ ਵੱਡੀ ਸੜਕ ਜਿਹੜੀ ਕਿ ਗਲਵਾਨ ਦੇ ਨਾਲ ਲੱਗਦੀ ਉੱਥੋਂ, ਉਹ ਇਹਨਾਂ ਨੂੰ ਚੁੱਭਦੀ ਹੈ, ਕਿਉਂਕਿ ਸਾਡਾ ਵਿਕਾਸ ਹੋ ਰਿਹਾ। ਸਾਡੀਆਂ ਫੌਜਾਂ ਵੀ ਉੱਥੇ ਆ ਗਏ, ਜਦੋਂ ਚਾਈਨਾ ਦੀਆਂ ਆ ਗਈਆਂ ਅਤੇ ਸਾਡੀਆਂ ਵੀ ਜਿਹੜੀ ਕੰਸਨਟ੍ਰੇਸ਼ਨ ਉੱਥੇ ਸ਼ੁਰੂ ਹੋ ਗਈ। ਸਾਡੀਆਂ ਤੋਪਾਂ ਪਿੱਛੇ ਟੈਂਕ ਵੀ ਥੋੜ੍ਹੇ ਕੁਝ, ਬਾਕੀ ਸਾਡੇ ਮਿਸਾਈਲ ਵਗੈਰਾ ਇਹ ਸਾਰੇ ਮੂਵ ਕਰਨੇ ਸ਼ੁਰੂ ਹੋ ਗਏ। ਹੁਣ ਜਦੋਂ ਡੀ-ਐਸਕੇਲੇਸ਼ਨ ਦਾ ਇਹ ਗੱਲਬਾਤ ਹੋ ਗਈ, ਸਿਰੇ ਚੜ੍ਹ ਗਈ, ਅਤੇ ਉਹ ਹਟਦਿਆਂ ਇਹ ਝੜਪ ਹੋਈ ਹੈ, ਕਿਉਂਕਿ ਉਹਨਾਂ ਨੂੰ ਹਜਮ ਨਹੀਂ ਹੋ ਰਿਹਾ। ਅਤੇ ਉਹ ਮੇਰਾ ਖਿਆਲ ਹੈ ਕਿ ਜਦੋਂ ਪਿੱਛੇ ਹਟਣ ਲੱਗੇ ਉਸ ਇਲਾਕੇ ਤੋਂ, ਕਿਉਂਕਿ ਤੈਅ ਹੋਇਆ ਸੀ, ਉਹ ਫਿਰ ਉਹਨਾਂ ਨੂੰ ਪਿੱਛੋਂ ਕੋਈ ਆਦੇਸ਼ ਆਇਆ ਜਾਂ ਕੀ ਹੋਇਆ, ਉਹਨਾਂ ਨੇ ਫਿਰ ਅੱਗੇ ਆਉਣਾ ਸ਼ੁਰੂ ਕੀਤਾ। ਉਸ ਵੇਲੇ ਜਦੋਂ ਸਾਡੇ ਜਿਹੜੀ ਉੱਥੇ ਪਲਟਨ ਨੇ ਬਿਹਾਰ ਰੈਜੀਮੈਂਟ, ਉਹਨਾਂ ਨੇ ਫਿਰ ਉੱਥੇ ਉਹਨਾਂ ਨੂੰ ਰੋਕਿਆ, ਅਤੇ ਉਹਦੇ 'ਤੇ ਫਿਰ ਉਸੇ ਵੇਲੇ ਇਹਨਾਂ ਨੇ ਪੱਥਰਬਾਜ਼ੀ ਕੀਤੀ। ਇਹਦੇ ਵਿੱਚ ਸਾਡੇ ਅਫਸਰ 2 ਜਵਾਨ ਸ਼ਹੀਦ ਹੋ ਗਏ, ਔਰ ਉਹਨਾਂ ਦੇ ਵੀ 4-5 ਸੈਨਿਕ ਸ਼ਹੀਦ ਹੋਏ ਨੇ। ਉਹਨਾਂ ਦੀ ਵੇਰਵੇ ਹਾਲੇ ਪੂਰੇ ਨਹੀਂ ਆਏ, ਮਗਰ ਸਾਡੇ ਬਹੁਤ ਸਾਰੇ ਜ਼ਖਮੀ ਹੋ ਗਏ। ਸਿਰਫ ਇਹ ਕੋਈ ਹਥਿਆਰ ਫਾਇਰ ਤਾਂ ਹੋਇਆ ਨਹੀਂ, ਪਰ ਇਹ ਵੀ ਤਾਂ ਹਥਿਆਰ ਹੈ। ਬਿਲਕੁਲ ਇਹਦੇ ਦੇਖੋ, ਜੇ ਉੱਥੇ ਡਾਂਗਾਂ ਦਾ ਇਸਤੇਮਾਲ ਕਰਦੇ ਹੋ, ਸੋਟਿਆਂ ਦਾ ਕਰਦੇ ਹੋ, ਰੋਡ ਕਰਦੇ ਹੋ, ਮਤਲਬ ਸ਼ਹਾਦਤ ਤਾਂ ਹੋਈ ਹੈ। ਸ਼ਹਾਦਤ ਹੋਈ ਹੈ, ਬਹੁਤ ਵੱਡਾ ਨੁਕਸਾਨ है। एक आर्मी ऑफिसर प्लस कमांडिंग ऑफिसर, देखो एक के बाद दूसरी JNK के अंदर हो रही हैं। पहले कमांडिंग ऑफिसर, उधर भी कमांडिंग ऑफिसर थे, क्योंकि कमांडिंग ऑफिसर हैज़ टू प्रोवाइड द गाइडेंस, लीड फ्रॉम द फ्रंट। ਉਹਦਾ ਜ਼ਿੰਮੇਵਾਰੀ ਦਾ ਇਲਾਕਾ। ਮੈਂ ਵੀ ਕਮਾਂਡਿੰਗ ਅਫਸਰ ਰਿਹਾ, ਬ੍ਰਿਗੇਡ ਕਮਾਂਡਰ ਰਿਹਾ। ਉਸ ਦਾ ਜਵਾਬਦੇਹ ਹੈ ਕਿ ਕੱਲ੍ਹ ਨੂੰ ਕਿਉਂ ਆਉਣ ਦਿੱਤਾ ਇਹਨਾਂ ਨੂੰ ਅੱਗੇ। ਉਹ ਹੁਣ ਉਹਨੇ ਫਿਰ ਆਪਣੇ ਟਰੂਪਸ ਨੂੰ ਆਦੇਸ਼ ਦੇਣੇ, ਡਿਪਲੋਏ ਕਰਨਾ, ਜੋ ਉਹਦੀ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਹੈਗਾ ਉਹਦੇ ਮੁਤਾਬਕ ਕਾਰਵਾਈ ਕਰਨਾ। ਹੁਣ ਉਹਨੇ ਕਾਰਵਾਈ ਉਹਨਾਂ ਨੂੰ ਰੋਕਿਆ,
ਅੱਛਾ ਬ੍ਰਿਗੇਡੀਅਰ ਸਾਹਿਬ, ਬੇਸ਼ੱਕ ਅਸੀਂ ਅੱਖਾਂ ਮੀਟ ਕੇ ਬੈਠੇ ਰਹੀਏ, ਪਰ ਚਾਈਨਾ ਇਹਨਾਂ ਹਰਕਤਾਂ ਤੋਂ ਨਹੀਂ ਹਟੇਗਾ। ਦੈਟਸ ਸ਼ੋਰ। ਉਹ ਤਾਂ ਪੱਕਾ ਹੈ। ਉਹ ਮਤਲਬ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਹਟੇਗਾ ਕਿ ਆਪਾਂ ਸਿਰਫ ਟਿਕਟੌਕ ਅਨਇੰਸਟਾਲ ਕਰ ਦਈਏ ਜਾਂ ਇਹ ਕੰਮ ਕਰ ਦਈਏ, ਉਹਦੇ ਨਾਲ ਨਹੀਂ ਉਹ ਹਟੇਗਾ। ਚਾਈਨਾ ਦਾ ਇਲਾਜ ਕੀ ਆ? ਮਤਲਬ ਅਸੀਂ ਉਹਨੂੰ ਨਹੀਂ ਓਡਾ ਬਲੋ ਦੇ ਸਕਦੇ ਜਿਸ ਤਰੀਕੇ ਦੇ ਨਾਲ ਉਹ ਸਾਡੇ ਤੇ ਹਮਲਾ ਕਰਦਾ, ਵੀ ਇੱਕ ਵਾਰੀ ਉਹਨੂੰ ਟਕਾਇਆ ਜਾਵੇ। ਇਦਾਂ ਦਾ ਕੁਝ ਨਹੀਂ ਹੋ ਸਕਦਾ। ਦੇਖੋ, ਉਹ ਅਸੀਂ ਸਾਡੀ ਨੀਤੀ ਰਹੀ ਹੈ ਓਫੈਂਸਿਵ ਡਿਫੈਂਸ। ਅਸੀਂ ਕਦੀ ਕਿਸੇ ਮੁਲਕ ਦੇ ਉੱਤੇ, ਕਿਸੇ ਦੀ ਜ਼ਮੀਨ ਤੇ, ਕਿਸੇ ਦੇ ਇਲਾਕੇ ਤੇ ਕਬਜ਼ਾ ਕਰਨ ਵਾਲਾ ਸਾਡੇ ਕੋਈ ਇਰਾਦੇ ਨਹੀਂ, ਨਾ ਹੀ ਸਾਡੀ ਦੇਸ਼ ਦੀ ਨੀਤੀ ਹੈ ਕਿ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ। ਤੇ ਨਹੀਂ, ਪਰ ਆਪਣਾ ਤਾਂ ਬਚਾਉਣਾ ਹੈ ਨਾ। ਮੈਂ ਉਹੀ ਦੱਸਣ ਲੱਗਾ, ਹੁਣ ਜਿਹੜੀ ਗੱਲ ਹੈ ਵੇ ਕਿ ਜਦੋਂ ਸਥਿਤੀ ਇਸ ਤੇ ਪਹੁੰਚ ਗਈ, ਵਾਰ-ਵਾਰ ਹੋ ਰਿਹਾ, ਤੇ ਸਾਨੂੰ ਲੋੜ ਹੈ ਆਪਣਾ ਫੌਜੀ ਸ਼ਕਤੀ, ਮਿਲਟਰੀ ਸਟਰੈਂਥ, ਉਹਦੀ ਸ਼ਕਤੀ ਵਧਾਉਣ ਦੀ, ਤਾਂ ਕਿ ਅਸੀਂ ਉਹ ਹੁਣ ਉਹਨਾਂ ਨੇ ਇੱਥੇ ਕੀਤਾ ਤੇ ਅਸੀਂ ਕਿਸੇ ਹੋਰ ਪਾਸੇ ਕੋਈ ਕਾਰਵਾਈ ਕਰਨ ਦੀ ਸੋਚੀਏ, ਤਾਂ ਕਿ ਉਹ ਬੈਲੈਂਸ ਹੋਏ। ਤਾਂ ਕਿ ਇਹ ਸਾਡੀ ਜਨਤਾ ਵੀ ਇਸ ਵੇਲੇ ਬੜੀ ਦੁਖੀ ਹੈ, ਬਿਲਕੁਲ, ਇਸ 'ਚ ਕੋਈ ਸ਼ੱਕ ਨਹੀਂ। ਦੇਸ਼ ਵਾਸੀ ਕੋਈ ਬਰਦਾਸ਼ਤ ਨਹੀਂ ਕਰਦਾ, ਇਹ ਨਹੀਂ ਟੋਲਰੇਟ ਕਿ ਬਈ ਸ਼ਹਾਦਤਾਂ ਹੁੰਦੀਆਂ ਜਾਣ। ਸਾਡੇ ਜਵਾਨ, ਸਾਡੇ ਅਫਸਰ, ਉਹਨਾਂ ਦੇ ਪਰਿਵਾਰਾਂ ਦਾ ਸੋਚ ਕੇ ਦੇਖੋ ਕੀ ਹਾਲਤ ਹੈ। ਜਿਨ੍ਹਾਂ ਦੇ ਮਾਪੇ ਬੱਚਿਆਂ ਨੂੰ ਪਾਲਿਆ, ਉਹਨਾਂ ਦੇ ਸ਼ਹਾਦਤਾਂ ਹੋ ਰਹੀਆਂ ਨੇ। ਕਾਹਦੇ ਵਾਸਤੇ? ਦੇਸ਼ ਦੀ ਖਾਤਰ। ਪਰ ਜੇ ਦੇਸ਼, ਅਸੀਂ ਨਹੀਂ ਇਹ ਸੋਚ ਸਕਦੇ ਕਿ ਅਸੀਂ ਓਫੈਂਸਿਵ ਸਪਿਰਿਟ ਪੈਦਾ ਕਰਨੀ ਹੈ। ਅਸੀਂ ਵੀ ਕੋਈ ਇਸ ਵਾਸਤੇ ਰਣਨੀਤੀ ਸੋਚਣਾ ਹੈ। ਜੰਗ ਤੇ ਨਹੀਂ ਚਾਹੁੰਦੇ, ਅਸੀਂ ਵੀ ਨਹੀਂ ਚਾਹੁੰਦੇ, ਵੈਸੇ ਪਾਕਿਸਤਾਨ, ਚੀਨ ਵੀ ਨਹੀਂ ਚਾਹੁੰਦਾ, ਪਰ ਚੀਨ ਦੇ ਇਰਾਦੇ ਨੇਕ ਨਹੀਂ ਹੈਗੇ। ਉਹਨੂੰ ਬੈਲੈਂਸ ਕਿੱਦਾਂ ਕਰਨਾ ਹੈ? ਆਰਥਿਕ ਤੌਰ ਤੇ ਵੀ ਬੈਲੈਂਸ ਕਰਨਾ ਹੈ, ਮਿਲਟਰੀ ਤੌਰ ਤੇ ਬੈਲੈਂਸ ਕਰਨਾ ਹੈ, ਉਹਨੂੰ ਕੂਟਨੀਤਿਕ ਤੌਰ ਤੇ ਵੀ ਬੈਲੈਂਸ ਕਰਨਾ ਹੈ। ਉਹਦੀ ਜਿਹੜੀ ਰਣਨੀਤੀ ਬਣ ਰਹੀ ਹੈ, ਨੇਪਾਲ ਨੂੰ ਨਾਲ ਜੋੜ ਲਓ, ਮਿਆਂਮਾਰ ਨੂੰ ਜੋੜ ਰੱਖਿਆ, ਠੀਕ ਹੈ। ਉਹ ਦੇਖੋ ਉਧਰ ਸ਼੍ਰੀਲੰਕਾ 'ਚ ਅੱਡੇ ਉਹਨੇ ਕਾਇਮ ਕਰ ਰਹੇ ਨੇ, ਠੀਕ ਹੈ। ਉਧਰ ਤੇ ਆਪਣੀ ਜਿਹੜੀਆਂ ਨੇ ਸਾਊਥ ਚਾਈਨਾ ਸੀ 'ਚ ਉੱਥੇ ਇੱਕ ਤਾਂ ਬ੍ਰਿਗੇਡੀਅਰ ਸਾਹਿਬ, ਉਹ ਆਪਣੇ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦਦਾ ਜਾ ਰਿਹਾ, ਹਰ ਇੱਕ ਮੁਲਕ ਨੂੰ ਖਰੀਦਦਾ ਜਾ ਰਿਹਾ ਚੀਨ। ਦੂਜਾ ਇਹ ਹੈ ਕਿ ਅਸੀਂ, ਸਾਡੇ ਤੋਂ ਵੀ ਕੀ ਕਮੀ ਹੈ, ਕਿੱਥੇ ਗਲਤੀ ਹੋਈ ਹੈ ਕਿ ਅਸੀਂ ਨੇਪਾਲ ਵਰਗੇ ਜਿਹੜੇ ਸਾਡੇ ਛੋਟੇ ਭਰਾ ਵਰਗਾ ਜਿਹੜਾ ਮੁਲਕ ਸੀ, ਉਹ ਵੀ ਸਾਡੇ ਹੱਥੋਂ ਜਾਂਦਾ ਰਿਹਾ। ਉਹ ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਤੇ ਸਾਡੀ ਨੀਤੀ, ਵਿਦੇਸ਼ ਨੀਤੀ ਤੇ ਅਸੀਂ ਧਿਆਨ ਨਹੀਂ ਦਿੱਤਾ। ਸਿਰਫ ਅਭੀ ਦੇਖੋ, ਜੇ ਤੇ ਅਸੀਂ ਕਿੰਨਾ ਕੁਝ ਕੀਤਾ ਆਪਣੀ ਮਿਆਂਮਾਰ ਤੇ ਵੀ, ਮਗਰ ਉਹ ਰੋਹਿੰਗਿਆ ਦੀ ਪ੍ਰੋਬਲਮ ਹੋਏ ਜਾਂ ਕੋਈ ਹੋਰ ਹੋਵੇ, ਜੋ ਵੀ ਅੱਤਵਾਦੀਆਂ ਦੀ, ਜਾਂ ਉੱਥੇ ਬੇਸਿਕਲੀ ਮਿਲਟਰੀ ਜਨਤਾ ਰਹੀ ਹੈ, ਉਹਨਾਂ ਦੇ ਸੰਬੰਧ ਠੀਕ ਰਹੇ ਨੇ। ਮਗਰ ਹੁਣ ਉੱਥੇ ਵੀ ਸੰਬੰਧ ਸਾਡੇ ਵਿਗੜਨੇ ਸ਼ੁਰੂ ਹੋ ਗਏ। ਉਹਨਾਂ ਨੇ ਚੀਨ ਨੂੰ ਸੱਦਾ ਦੇ ਦਿੱਤਾ। ਫਿਰ ਹੁਣ ਨੇਪਾਲ ਦੇ ਨਾਲ 4 ਵਾਰੀ ਤੇ ਸਾਡੇ ਪ੍ਰਧਾਨ ਮੰਤਰੀ ਜਾ ਚੁੱਕੇ ਨੇ ਉੱਥੇ, ਮਗਰ ਉਹਨਾਂ ਨੂੰ ਇੱਕ ਤੇ ਜ਼ਿਆਦਾ ਜਿਹੜੀ ਧੱਕਾ ਲੱਗਿਆ ਜਦੋਂ ਕਿ ਬਲੋਕੇਡ ਹੋਇਆ ਉਹਨਾਂ ਦਾ, ਜਦੋਂ ਕਿ ਮਦੇਸ਼ੀਆਂ ਦੀ ਗੱਲ ਆ ਗਈ, ਉਹਦੇ ਵਿੱਚ ਉਹ ਸਮਝੇ ਨੇ ਕਿ ਅਸੀਂ ਦਖਲ ਅੰਦਾਜ਼ੀ ਕੀਤੀ ਹੈ। ਮਦੇਸ਼ੀਏ ਜ਼ਿਆਦਾਤਰ ਆਪਣਾ ਉੱਥੋਂ ਇਲਾਕੇ ਦੇ, ਸਾਡੇ ਇੰਡੀਅਨ ਬਿਹਾਰੀ, ਉਹ ਇੰਡੀਅਨ ਬਿਹਾਰ ਦੇ ਲਾਗੇ ਲਾਗੋਂ ਦੇ ਉੱਥੋਂ ਦੇ ਵਸਦੇ ਗਏ। ਓਪਨ ਬਾਰਡਰ ਸੀ, ਪੋਰਸ ਬਾਰਡਰ, ਤੇ ਉੱਥੇ ਆਵਾਜਾਈ ਆਮ ਸੀਗੀ। ਔਰ ਸਾਡਾ ਤੇ ਸੱਭਿਆਚਾਰਕ, ਸਮਾਜਿਕ, ਰਾਜਨੀਤਿਕ ਤੇ ਸਾਰੇ ਸੰਬੰਧ ਰਹੇ ਨੇ। ਧਾਰਮਿਕ ਪੱਖੋਂ ਵੀ ਦੇਖੋ ਕਿੰਨੇ ਮੰਦਰ ਨੇ, ਮਿਲਟਰੀ ਪੱਖੋਂ ਵੀ। ਮੈਨੂੰ ਸਮਝ ਨਹੀਂ ਆਉਂਦੀ ਕਿ ਨੇਪਾਲ ਇਸ ਗੱਲ ਨੂੰ ਕਿਉਂ ਨਹੀਂ ਵਿਚਾਰ ਰਿਹਾ ਕਿ ਇਸ ਵੇਲੇ ਵੀ ਸਾਡੀ ਫੌਜ ਦੇ ਵਿੱਚ ਗੋਰਖਾ ਟਰੁੱਪਸ ਨੇ, ਉਹ ਨੇਪਾਲ ਦੇ ਵੀ ਨੇ, ਬਾਕੀ ਸਾਡੇ ਮੁਲਕ ਦੇ ਵੀ ਨੇ। ਤਾਂ ਇਸ ਲਈ ਉਹਨੂੰ ਉੱਥੇ ਜਿਹੜੇ ਪੈਨਸ਼ਨਰ ਨੇ, ਉਹ ਵੀ ਸਾਡੇ ਤੋਂ ਪੈਨਸ਼ਨ ਲੈ ਰਹੇ ਨੇ, ਜਿਹੜੇ ਨੇਪਾਲੀ ਸੋਲਜਰ ਨੇ। ਤਾਂ ਇਹ ਚਾਈਨਾ ਐਕਸਪਲੋਇਟ ਕਰ ਰਿਹਾ ਉਹਨੂੰ, ਕਿਉਂਕਿ ਚਾਈਨਾ ਕੀ ਨੀਤੀ ਬੜੀ ਹੈ ਕਿ ਘੇਰਾਬੰਦੀ ਕਰਨ ਵਾਲੀ, ਇਹ ਸਾਰੇ ਪਾਸਿਓਂ। ਤਾਂ ਇਸ ਵਾਸਤੇ ਇਹ ਸਾਨੂੰ ਇਹਤਿਆਤ ਵਰਤਣੀ ਪਏਗੀ। ਜੇਕਰ ਹੁਣ ਜਿੱਦਾਂ ਅਸੀਂ, ਸਾਡੀ ਨੀਤੀ ਠੀਕ ਨਹੀਂ ਰਹੀ ਨੇਪਾਲ ਨਾਲ, ਅਸੀਂ ਬੰਗਲਾਦੇਸ਼ ਲਿਬਰੇਟ ਕਰਵਾਇਆ, ਪਤਾ ਨਹੀਂ ਕਿਆ ਬਾਤ ਹੈ, ਚਲਤੇ ਰਹੇ। ਮਗਰ ਅਭੀ ਫਿਰ ਜਿੱਦਾਂ ਤੁਸੀਂ ਗੱਲ ਕੀਤੀ ਹੈ, ਬਿਲਕੁਲ ਸਹੀ ਹੈ, ਉਹ ਖਰੀਦਣਾ ਚਾਹੁੰਦਾ। ਅਗਰ ਇੱਕ ਸ਼ਾਹੂਕਾਰ ਇੱਕ ਕਿਸਾਨ ਦੀ ਜ਼ਮੀਨ ਨੂੰ ਪਹਿਲਾਂ ਕਰਜ਼ਾ ਦਿੰਦਾ, ਫਿਰ ਉਹ ਕਰਜ਼ਾ ਵਾਪਸ ਨਹੀਂ ਕਰਦਾ ਤੇ ਉਹਦੀ ਜ਼ਮੀਨ ਲੈ ਲੈਂਦਾ। ਇਹੋ ਕੰਮ ਹੁਣ ਵੱਡੇ ਮੁਲਕ ਕਰ ਰਿਹਾ। ਇਹ ਚੀਨ ਪਹਿਲਾਂ ਕਰਜ਼ੇ ਥੱਲੇ ਦੇ ਕੇ ਉਹਨਾਂ ਨੂੰ ਫਿਰ ਅਖੀਰ ਤੇ, ਕਿਉਂਕਿ ਉਹ ਝੁਕਣ ਗਈ ਨੇਪਾਲ ਨੂੰ, ਸ਼੍ਰੀਲੰਕਾ ਹੋ ਜਾਏ, ਬੰਗਲਾਦੇਸ਼ ਨੂੰ ਵੀ, ਕਈਆਂ ਨੂੰ ਹਥਿਆਰ ਸਪਲਾਈ ਬਹੁਤ ਸਾਰੇ ਕਰ ਰਿਹਾ, ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ। ਮਿਆਂਮਾਰ 'ਚ ਹਥਿਆਰ ਦਿੱਤੇ ਨੇ, ਮਿਆਂਮਾਰ 'ਚ ਉੱਥੇ ਉਹਦੇ ਦੇਖੋ, ਉਹ ਸਮੁੰਦਰੀ ਸ਼ਕਤੀ ਵਧਾਉਣ ਵਾਸਤੇ ਉਹਦੇ ਨਾਲ ਲੱਗਿਆ।
ਉਹਦਾ ਸੜਕਾਂ ਦਾ ਵਿਸਤਾਰ ਉਹ ਲਿੰਕ ਹੋ ਗਿਆ। ਅੱਤਵਾਦੀ ਆ ਰਹੇ ਨੇ ਜਿਹੜੇ ਕਿ ਉੱਥੇ ਵੀ ਜਾ ਰਹੇ ਨੇ, ਜਿਹੜੇ ਕਿ ਸਾਨੂੰ ਖਤਰਾ ਹੈਗਾ ਕਿ ਸਾਡੇ ਨਾਰਥ ਈਸਟਰਨ ਸਟੇਟ ਜਿਹੜੀਆਂ 7 ਸਟੇਟਾਂ ਨੇ ਉਹ, ਔਰ ਖਾਸ ਤੌਰ ਤੇ ਨੇਪਾਲ ਦੇ ਰਸਤੇ ਖੁੱਲ੍ਹਾ ਬਾਰਡਰ ਹੁਣ ਠੀਕ ਹੈ ਲੱਗਿਆ ਸੀਲ ਕਰਨ ਹੋ ਰਿਹਾ, ਮਗਰ ਉੱਥੇ ਜਿੰਨੇ ਵੀ ਬਹੁਤ ਸਾਰੇ ਅੱਤਵਾਦੀ ਗਰੁੱਪ ਸੰਗਠਨ ਉਹ ਚਾਈਨਾ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਨੇ। ਉਹ ਚਾਈਨਾ ਦੀ ਮਦਦ ਹੈ ਹਥਿਆਰਾਂ ਦੀ। ਬੰਗਲਾदेश भी ਜਿਹੜੇ फड़े गए ने, ਇੱਥੇ फड़े गए चाइनीज़ हथियार अपने मुल्क के अंदर, ईस्टर्न स्टेट के अंदर, पंजाब तक आ रहे हैं। सो ये बड़ी वड्डी उन्हों दी, क्योंकि उन्होंने एक रस्ता मिल गया, एक चैनल मिल रहा नेपाल का, उन्होंने चैनल मिल रहा बांग्लादेश का। सब तो वड्डा तकरीबन साढ़ा 15,000 टोटल किलोमीटर बॉर्डर है सारे देशों नाल, 7 मुल्कों नाल लगता। सब तो वड्डा 4,000 तो कोई ज़्यादा ये नाल है बांग्लादेश नाल, फिर चाइना होंदा, उत्थे भी इहो काम कर रहे हैं। तो चाइना बांग्लादेश भी हाले कि उस मुल्क को आज़ादी दिलाई उत्थे आर्थिक पक्कों मदद हो रही है, फिर भी वो चाइना दे वाल झुकाव होंदा जा रहा, हाले पूर्ण तौर पर नहीं मगर है ਉਹਦਾ झुकाव। क्यों? क्योंकि आर्थिक पक्कों उन्होंने ये मजबूत करता जा रहा। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਇੱਕ ਸਵਾਲ ਇਹ ਵੀ ਹੈ ਬ੍ਰਿਗੇਡੀਅਰ ਸਾਹਿਬ, ਜੇ ਪਿਛਲੇ 45 ਸਾਲ ਤੋਂ ਇਸ ਕਦਰ ਤਣਾਅ ਨਹੀਂ ਸੀ ਵਧਿਆ ਸਰਹੱਦ ਤੇ, ਤਾਂ ਹੁਣ ਅਜਿਹਾ ਕੀ ਹੋਇਆ? ਉਹ ਕੀ ਇਸੇ ਕਰਕੇ ਕਿਉਂਕਿ ਹੁਣ ਸਾਡੀ ਜਿਹੜੀ ਡਿਵੈਲਪਮੈਂਟ ਹੈ, ਅਸੀਂ ਜਿਹੜਾ ਵਿਕਾਸ ਹੋ ਰਿਹਾ ਹੈ ਸਾਡਾ ਦੁਨੀਆ ਭਰ ਦੇ ਵਿੱਚ, ਸਾਡੇ ਮੁਲਕ ਦੀ ਚੜ੍ਹਤ ਜੋ ਉਹਨੂੰ ਹਜ਼ਮ ਨਹੀਂ ਹੋ ਰਹੀ। ਸਾਡੀ ਇਕੁਏਸ਼ਨ ਜਿਹੜੀ ਬਣ ਰਹੀ ਹੈ ਅਮਰੀਕਾ ਨਾਲ, ਉਹ ਵੀ ਉਹਨੂੰ ਚਿੰਤਾ ਦਾ ਵਿਸ਼ਾ। ਚਿੰਤਾ ਦਾ ਵਿਸ਼ਾ ਕਿਉਂ? ਕਿਉਂਕਿ ਇੱਕ ਤੇ ਅਮਰੀਕਾ ਚਾਹੁੰਦਾ ਕਿ ਕੋਵਿਡ-19 ਕਰਕੇ कि ਇਹਦੀ ਗਹਿਰਾਈ ਤੱਕ ਜਾਇਆ ਜਾਏ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਬਹੁਤ ਸਾਰੇ ਮੁਲਕ, 190 ਦੇ ਕਰੀਬ ਮੁਲਕ ਨੇ, ਉਹਨਾਂ 'ਚੋਂ ਬਹੁਤ ਸਾਰੇ ਮੁਲਕ ਚਾਹੁੰਦੇ ਨੇ ਕਿ ਇਹਦੀ ਗਹਿਰਾਈ ਤੱਕ ਜਾਇਆ ਜਾਏ। ਵੁਹਾਨ ਤੋਂ ਸ਼ੁਰੂ ਹੋਇਆ ਜਾਂ ਕਿੱਦਾਂ ਹੋਇਆ। ਇਹ ਚੀਨ ਆਪਣੇ ਆਪ ਨੂੰ ਅਮਰੀਕਾ ਤੋਂ ਵੱਡਾ ਬਣਨਾ ਚਾਹੁੰਦਾ ਉਸ ਤੋਂ ਵੀ। ਇਸ ਵਾਸਤੇ ਸਾਡੇ ਜਿਹੜੇ ਸੰਬੰਧ ਨੇ ਬਾਕੀ ਮੁਲਕਾਂ ਨਾਲ, ਸਾਡਾ ਜਿਹੜਾ ਇੱਕ ਕੁਆਡਰੈਂਟ ਗਰੁੱਪ ਬਣਿਆ ਜਿਹੜਾ ਕਿ ਜਾਪਾਨ, ਸਾਡਾ ਮੁਲਕ, ਆਸਟ੍ਰੇਲੀਆ, ਅਮਰੀਕਾ ਚਾਹੁੰਦਾ, ਤੇ ਹੁਣ ਹੋਰ ਵੀ ਮੁਲਕ ਸ਼ਾਮਲ ਹੋਣਾ ਚਾਹੁੰਦੇ ਨੇ। ਉਹ ਵੀ ਇਹਨੂੰ ਦੁਖੀ ਮਹਿਸੂਸ ਕਰ ਰਿਹਾ ਉਹਦੇ। ਜਿਵੇਂ ਪੱਛਮੀ ਮੀਡੀਆ ਖਦਸ਼ਾ ਜ਼ਾਹਿਰ ਕਰ ਰਿਹਾ, ਕੁਝ ਰਿਪੋਰਟਾਂ ਮੈਂ ਹੁਣੇ ਪੜ੍ਹੀਆਂ, ਉਹ ਕਹਿ ਰਹੇ ਤੀਜੇ ਵਰਲਡ ਵਾਰ ਦਾ ਖਤਰਾ ਹੈ, ਕੁਝ ਇਸ ਤਰ੍ਹਾਂ ਦਾ ਤੁਸੀਂ ਦੇਖਦੇ? ਦੇਖੋ, ਉਹ ਇਸ ਵੇਲੇ ਸਾਰੇ ਵੱਡੇ ਮੁਲਕਾਂ ਨੂੰ, ਰਸ਼ੀਆ ਨੂੰ ਵੀ ਪਤਾ ਹੈ, ਅਮਰੀਕਾ ਨੂੰ ਵੀ ਪਤਾ ਹੈ, ਬਾਕੀ ਯੂਕੇ ਦੇਖ ਲਓ, ਬਾਕੀ ਜਿੰਨੇ ਵੀ ਹੋਰ ਆਸਟ੍ਰੇਲੀਆ, ਜਾਪਾਨ ਦੇਖ ਲਓ, ਸਾਡਾ ਚੀਨ ਦੇ ਸਾਰੇ ਨਿਊਕਲੀਅਰ ਪਾਵਰ ਮੁਲਕ ਹੈਗੇ ਨੇ ਜਿਹੜੇ। ਇਹ ਤੇ ਫਿਰ ਹੋਏਗਾ ਜੇ ਜੰਗ ਹੁੰਦੀ ਹੈ, ਫਿਰ ਚੌਥੀ ਜੰਗ ਨਹੀਂ ਹੋਏਗੀ, ਚੌਥੀ ਨਹੀਂ ਹੋਏਗੀ। ਫਿਰ ਤੇ ਉਹ ਜੰਗ ਤੇ ਆਕਾਸ਼ ਲੜੀ ਜਾਏਗੀ, ਫਿਰ ਤੇ ਨਿਊਕਲੀਅਰ ਪਾਵਰ ਇਸਤੇਮਾਲ ਕਰਨਗੇ, ਇਹ 'ਚ ਕੋਈ ਸ਼ੱਕ नहीं। और अगर हम अपने इस इलाके की गल करें तो मैं इस बारे लिख भी चुका हूँ कि जब भी जंग होएगी, ਜਦੋਂ भी वो चाइना पाकिस्तान ਨੂੰ ਨਾਲ ਜੋੜ ਕੇ ਲੜੇਗਾ। और इस ਪਾਸਿਓਂ ਉਹ ਜਿੱਦਾਂ ਕਿ ਹੁਣ ਨੇਪਾਲ ਨਾਲ ਕਰ ਰਿਹਾ ਤਾਂ ਕਿ ਇੱਥੋਂ ਕੋਈ ਗੱਲਬਾਤ ਨਾ ਹੋਏ, ਮਗਰ ਉਹ ਹੁਣ ਹੜੱਪ ਕਰਨਾ ਚਾਹੁੰਦਾ ਗਿਲਗਿਟ ਬਲਤਿਸਤਾਨ। ਕਸ਼ਮੀਰ ਤੇ ਪਹਿਲਾਂ ਹੀ ਲੈ ਗਿਆ, ਉਹ ਕਿੰਨਾ ਇਲਾਕਾ ਲੈ ਗਿਆ, ਪੀਓ ਕੇ ਤੇ ਹੁਣ ਬੋਲੀ ਜਾਂਦੇ ਪਾਕਿਸਤਾਨ। ਇਸ ਵਾਸਤੇ ਉਹ ਪਾਕਿਸਤਾਨ ਨੂੰ ਥੋੜ੍ਹਾ बढ़ावा दे रहा है, उन्हें हथियार भी दे रहा है, न्यूक्लियर पावर मुल्क भी बनया है, ठीक है। नॉर्थ कोरिया ने भी उन्होंने दिते, सारा बहुत कुछ समान दिता। तो इस वास्ते जंग इस वेले माहौल तो नहीं बनता तीसरी वर्ल्ड वार का, मगर अगर कोई गल होंदी है इस कोई शक नहीं, अमरीका तो फिर अपनी शक्ति दिखाएगा। और अमरीका बारे भी मैं कहना चाहुंदा कि हाथी के दंद खाण नूं होर दिखाण नूं हो, उत्ते ते साडे नाल बहुत ठीक चल रहा, मगर वो क्यों हाले इहो ਜਿਹੇ ਜਿਹੜੇ फंड दिते ने पाकिस्तान ਨੂੰ, ਉਹ अंडर दी टेबल भी नहीं कहीं। ਜਿਹੜੇ ਪਹਿਲੋਂ ਮੁਸ਼ਰਫ ਦੇ ਟਾਈਮ ਵੀ ਇੰਨਾ ਪੈਸਾ ਦਿੱਤਾ, ਉਹ ਕਾਹਦੇ ਵਾਸਤੇ ਸੀਗਾ ਕਿ ਅੱਤਵਾਦ ਉੱਥੇ ਮਾਰਨ ਵਾਸਤੇ। ਉਹ ਅੱਤਵਾਦ ਤੇ ਸਾਡੇ ਗੱਲ ਪਾਤਾ, ਉਹ ਪੈਸਾ ਉਹਨਾਂ ਨੇ ਇਸਤੇਮਾਲ ਕੀਤਾ ਇਸ ਵਾਸਤੇ। ਉਹ ਫੰਡ ਹਾਲੇ ਵੀ ਦੇਈ ਜਾ ਰਿਹਾ ਤੇ ਉਤੋਂ, ਕਿਉਂਕਿ ਉਹਦੀ ਨੀਤੀ ਹੈਗੀ ਹੈ ਨਾ, ਉਹਦੀ ਵੀ ਨੀਤੀ ਹੈਗੀ ਹੈ, ਅਮਰੀਕਾ ਦੀ ਆਪਣੀ ਨੀਤੀ ਹੈ। ਪਰ ਹੁਣ ਇਸ ਵੇਲੇ ਦਿਖਾਈ ਤਾਂ ਇੱਦਾਂ ਹੀ ਦੇ ਰਿਹਾ, ਉਹਦੀ ਆਪਣੀਆਂ ਬੜੀਆਂ ਕਮਜ਼ੋਰੀਆਂ ਨੇ। ਇਸ ਵੇਲੇ ਸਥਿਤੀ ਪੂਰੇ ਵਿਸ਼ਵ ਭਰ 'ਚ ਇਹ ਸਾਰਿਆਂ ਦਾ ਧਿਆਨ ਇਹ
ਕੁਦਰਤੀ ਕਹਿਰ ਜੋ ਵਾਪਰਿਆ ਜਾਂ ਵਾਪਰ ਸਕਦਾ, ਕੁਦਰਤ ਨੇ ਤਾਂ ਫਿਰ ਬੈਲੈਂਸ ਕਰਨਾ ਹੀ ਹੈ। ਫਿਰ ਮਨੁੱਖ ਦਾ ਨਾਸ਼ ਜ਼ਰੂਰ ਹੋਏਗਾ, ਵਿਕਾਸ ਨਹੀਂ ਹੋਏਗਾ। ਕਿਉਂਕਿ ਅਭੀ ਦੇਖ ਲਿਆ, ਜਦੋਂ ਕਿ ਇਨਸਾਨ ਇੰਨਾ ਕੁਝ ਕੁਦਰਤ ਦਿੱਤਾ ਹੈ ਤੇ ਅਸੀਂ ਖਿਲਵਾੜ ਕਰੀਏ, ਇਨਵਾਇਰਨਮੈਂਟ ਦਾ ਦੇਖਭਾਲ ਨਾ ਕਰੀਏ, ਤਾਂ ਫਿਰ ਕੁਦਰਤ ਦੇ ਫਿਰ ਆਪਣਾ ਕਹਿਰ ਵਰਤਾਉਣਾ। ਇਸ ਵੇਲੇ ਧਿਆਨ ਸਾਰੀ ਵਿਸ਼ਵ ਭਰ 'ਚ ਇੱਕ ਕਰੋਨਾ ਮਹਾਮਾਰੀ 'ਤੇ ਲੱਗਾ ਕਿ ਤਾਂ ਕਿ ਅਗਲੇ ਸਮੇਂ 'ਚ ਥਰਡ ਵਰਲਡ ਵਾਰ ਦੀ ਬਾਅਦ ਦੀ ਗੱਲ ਹੈ ਕਿ ਇਹਨੂੰ ਕਿੱਦਾਂ ਰੋਕਥਾਮ ਕਰਨਾ ਹੈ। ਜਦੋਂ ਕਿਤੇ ਟੀਕਾ ਟੂਕਾ ਬਣ ਗਿਆ ਫਿਰ ਵੱਡੇ ਟੀਕੇ ਦੀ ਗੱਲ ਕਰਨਗੇ। ਹਾਲੇ ਕੋਈ ਥਰਡ ਵਰਲਡ ਵਾਰ ਵਾਲਾ ਮਾਹੌਲ ਨਹੀਂ ਬਣਦਾ, ਪਰ ਇੱਕ ਚੀਜ਼ ਬੜੀ ਸਪਸ਼ਟ ਹੈ, ਜੇ ਹੋ ਗਈ ਫਿਰ ਚੌਥੀ ਜੰਗ ਨਹੀਂ ਹੋਏਗੀ। ਬਹੁਤ ਸ਼ੁਕਰੀਆ ਬ੍ਰਿਗੇਡੀਅਰ ਸਾਹਿਬ ਇਸ ਗੱਲਬਾਤ ਦੇ ਲਈ। ਇਹ ਸਨ ਬ੍ਰਿਗੇਡੀਅਰ KS ਕਾਹਲੋਂ, ਜਿਨ੍ਹਾਂ ਦਾ ਲੰਬਾ ਤਜਰਬਾ ਹੈ ਲਾਈਨ ਆਫ ਐਕਚੁਅਲ ਕੰਟਰੋਲ ਦਾ। ਫਿਲਹਾਲ ਸਥਿਤੀ ਸਰਹੱਦ ਤੇ ਤਣਾਅਪੂਰਨ ਹੈ। ਭਾਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਡੀਐਸਕੇਲੇਸ਼ਨ ਹੋ ਰਹੀ ਹੈਗੀ ਉੱਧਰ, ਕਿਉਂਕਿ ਹੁਣ ਕਾਫੀ ਸਾਰਾ ਏਰੀਆ ਜਿਹੜਾ ਕਾਫੀ ਸਾਰਾ ਖੇਤਰ ਉਹ ਚੀਨ ਆ ਗਿਆ ਸੀ ਇੱਧਰ, ਪਰ ਉੱਧਰ ਵਾਪਸ ਜਾ ਰਿਹਾ। ਉੱਧਰ ਜਾਂਦੇ ਹੋਏ ਦੌਰਾਨ ਹੀ ਡੀਐਸਕੇਲੇਸ਼ਨ ਪ੍ਰੋਸੈਸ ਦੌਰਾਨ ਹੀ ਇਹ ਝੜਪ ਹੋਈ ਹੈ, ਜਿਸ ਦੇ ਵਿੱਚ ਕੈਜੁਅਲਿਟੀ ਹੈ ਜਿਹੜੀ ਉਹ ਦੋਵੇਂ ਸਾਈਡ ਹੋਈ ਹੈ। ਕੈਮਰਾਮੈਨ ਸੂਰਜ ਦੇ ਨਾਲ ਗੁਰਪ੍ਰੀਤ ਸਿੰਘ, ਜਗਬਾਣੀ TV, ਚੰਡੀਗੜ੍ਹ।